खड़ू किसान एकता सैकंडरी स्कूल पढ़ता सी जो इतने बड़े धरने होंगे सी जानवरकरण का फिर दास इन्होंने ब्लाक मोहाली तो प्रधानगी दी। जिस तरीके पूरा ही पंजाब अज बंद है, किसानों ने विरोध किया बिलों लैके। असी समय मौजूद हाँ खदर तो मोहाली नैशनल हाईवे ते सारी रोड जाम की हुई है, तो पर एमरजेंसी वास्ते एंबूलेंस हो या किसी जरूरी काम है वो किसान इतों जान दे रहे हैं। बिलों लैके विरोध जारी है, अलग अलग वर्ग के जोड़े ने वो किसानों के नाल मौजूद ने इस चीज़ लैके प्रोटेस्ट कर रहे हैं। धरने लगातार जारी ने, पर सरकार वालों केंद्र सरकार वालों हुण तक कोई बयान नहीं आया। साढ़े जथेबंदियां मौजूद ने, किसान भी मौजूद ने, जो तुम देख रहे हो इन्होंने को जानांगे हुण संघर्ष अगे किवें विढ़िया जाएगा और की एमरजेंसी सेवावां बहाल होणगियां शाम तक। आपां भी जानकारी लवांगे। पहले आपां गलबात करांगे किसान नाल कि वो जो बिल विच हैगा उस बारे की जानकारी रखते हैं। तुसीं किसान हो, एक जो बिल विच लिखा गया उहदे बारे की जानकारी रखते हो? हाँ जी, जो बिल विच हैगा, जो बिल पास हो गया उस बारे तुहानूं की जानकारी है? ਉਹਦੇ ਵਿੱਚ ਕਿਸਾਨ ਜਿਹੜਾ ਆਰਡੀਨੈਂਸ ਨੇ ਜਾਰੀ ਕਰਿਆ ਇਹ ਸਿੱਧਾ ਹੀ ਕਿਸਾਨ ਦਾ ਬਹੁਤ ਵਿਰੋਧੀ ਹੈ। ਇਹ ਇੱਕ ਕਿਸਾਨ ਵਾਸਤੇ ਕਾਲਾ ਕਾਨੂੰਨ ਹੈ। ਜਿਹੜੇ ਸੈਂਟਰ ਦੀ ਸਰਕਾਰ ਨੇ, ਮੋਦੀ ਸਰਕਾਰ ਨੇ ਇਹ ਕਾਨੂੰਨ ਬਣਾਇਆ, ਇਹ ਕਿਸਾਨ ਬਹੁਤ ਵਿਰੋਧੀ ਹੈ। ਇਹਦੇ ਨਾਲ ਕਿਸਾਨ ਵੀ ਮਰਦਾ ਹੈ, ਜਿੰਨੇ ਕੋਈ ਦੁਕਾਨਦਾਰ ਹੈ ਜਾਂ ਕੋਈ ਹੋਰ ਹੈ, ਗਰੀਬ ਜਨਤਾ ਜਿੰਨੇ ਵੀ ਉਹਨੂੰ ਵੀ ਨੁਕਸਾਨ ਹੈ। जिस तरीके नाल प्रोटेस्ट चल रहा, धरने लगातार चल रहे हैं, फिर तुहानूं की लगे कि क्यों लोड़ पैगी बीजेपी ने बिल लिआउण दी? ਇਹਦੇ ਨਾਲ ਧਰਨੇ ਤਾਂ ਹੀ ਲਾਉਣੇ ਪਏ ਜਦ ਇਹ ਕਿਸਾਨ ਦੇ ਵਿਰੋਧੀ ਹੈ। ਜੇ ਸੈਂਟਰ ਦੀ ਸਰਕਾਰ ਤਾਂ ਕਹਿੰਦੀ ਹੈ ਵੀ ਇਹਦਾ ਕਿਸਾਨ ਨੂੰ ਫਾਇਦਾ ਹੋਊਗਾ, ਕਿਸਾਨ ਨੂੰ ਫਾਇਦਾ ਕਿਆ ਹੋਣਾ? ਪਹਿਲਾਂ ਯੂਪੀ 'ਚ ਦੇਖੋ, ਯੂਪੀ 'ਚ ਇਹਨਾਂ ਨੇ ਆਰਡੀਨੈਂਸ ਜਾਰੀ ਕਰਿਆ, ਉੱਥੇ ਜਿਹੜੀ ਕਣਕ ਝੋਨੇ ਦੀ ਫਸਲ ਹੈ 500 ਰੁਪਏ ਕੁਇੰਟਲ ਘੱਟ ਲੱਗਦੀ ਹੈ, ਤਾਂ ਇੱਥੇ ਵੀ ਇਹੀ ਹਾਲ ਹੋਣਾ। ਕਿਸਾਨ ਨੂੰ ਪਤਾ ਹੈ ਵੀ ਇਹ ਯੂਪੀ 'ਚ ਫਸਲ ਘੱਟ ਲੱਗਦੀ ਹੈ ਤੇ ਇੱਥੇ ਲਾਗੂ ਹੋਊਗਾ, ਉਰੋਂ ਵੀ 500 ਰੁਪਏ ਕੁਇੰਟਲ ਦਾ ਨੁਕਸਾਨ ਹੋਣਾ। ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਬਿੱਲ ਆਏ ਨੇ, ਬਿੱਲ ਪਾਸ ਕੀਤੇ ਗਏ ਨੇ, ਬੀਜੇਪੀ ਕੇਂਦਰ ਸਰਕਾਰ ਨੇ ਬਿੱਲ ਪਾਸ ਕੀਤੇ ਨੇ, ਕਿਸਾਨ ਜਿਸ ਤਰੀਕੇ ਧਰਨੇ ਦੇ ਰਹੇ ਨੇ ਕਿ ਬੀਜੇਪੀ ਸਮਝਾ ਨਹੀਂ ਪਾ ਰਹੀ ਜਾਂ ਕਿਸਾਨ ਸਮਝ ਨਹੀਂ ਪਾ ਰਹੇ? देखो जी, ये बिल विरोधी ने, सारे किसानों के विरुद्ध ने। बीजेपी ने अपने जोड़े चहेते ने अबानी अडानी उन्होंने बचाने वास्ते, उन्होंने फायदा देने वास्ते संघर्ष ये जो किसान ने उन्हों का गला घोटिया कि जे ये बिल लागू हो गए तो किसान मजदूर आड़तिया ਜਿਹੜਾ ਵਰਗ ਹੈ ਸਾਰਾ ਹੀ ਤਬਾਹ ਹੋ ਜਾਊਗਾ ਜੀ। ਇਹ ਬਿੱਲ ਤਾਂ ਪਾਸ ਹੋ ਚੁੱਕੇ ਨੇ, ਹੁਣ ਤੁਸੀਂ ਅੱਗੇ ਕੀ ਕਰੋਗੇ ਜਾ ਕੇ? ਤੁਸੀਂ ਧਰਨੇ ਤਾਂ ਦੇ ਦਿਓ, ਫਿਰ ਅੱਗੇ ਕੀ ਰਣਨੀਤੀ ਹੋਏਗੀ? ਅੱਗੇ ਅਸੀਂ ਜਦ ਤੱਕ ਸਾਡਾ ਇਹ ਬਿੱਲ ਵਾਪਸ ਨਹੀਂ ਆ ਜਾਂਦੇ, ਸਰਕਾਰਾਂ ਇਹਦੇ ਪਰ ਕੋਈ ਐਕਸ਼ਨ ਨਹੀਂ ਲੈਂਦੀਆਂ, ਜਦ ਤੱਕ ਸਾਡੇ ਇਦਾਂ ਹੀ ਧਰਨੇ ਲੱਗਦੇ ਰਹਿਣਗੇ। ਅਸੀਂ ਇਹ ਜੋ ਸੰਘਰਸ਼ ਹੈ ਇਹ ਅਸੀਂ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ, ਅੱਗੇ ਕਾਨੂੰਨੀ ਤੌਰ ਕਾਰਵਾਈ ਵੀ ਕਰਾਂਗੇ ਇਹਦੇ ਤੇ। ਜਿਸ ਤਰੀਕੇ ਧਰਨੇ ਲਗਾਇਆ ਕਿ ਜਿਹੜੀ ਐਮਰਜੈਂਸੀ ਸੇਵਾਵਾਂ ਤੁਸੀਂ ਜਾਣ ਦੇ ਰਹੇ ਹੋ, ਐਂਬੂਲੈਂਸ ਵਗੈਰਾ ਹੋ ਗਈ ਜਾਂ ਕਿਸੇ ਨੂੰ ਕੋਈ ਲੋੜ ਹੈ ਜਾਂ ਹਸਪਤਾਲ ਜਾਣ ਦੇ ਰਹੇ ਹੋ ਇੱਥੇ, ਜਿਸ ਤਰੀਕੇ ਤੁਸੀਂ ਸੜਕ ਰੋਕੀ ਹੋਈ ਹੈ? ਹਾਂ ਜੀ, ਬਿਲਕੁਲ। ਜਿਹੜੇ ਬੰਦੇ ਜ਼ਰੂਰੀ ਨੇ, ਜਿਹੜੇ ਐਮਰਜੈਂਸੀ ਨੇ, ਜਿਵੇਂ ਅਸੀਂ ਅੱਜ ਦੁੱਧ ਦੀ ਕੋਈ ਸਪਲਾਈ ਨਹੀਂ ਬੰਦ ਕੀਤੀ, ਹੋਰ ਜੋ ਵੀ ਜ਼ਿਆਦਾ ਜਿਹੜੇ ਜ਼ਰੂਰੀ ਕੰਮ ਨੇ ਉਹਨਾਂ ਵਾਸਤੇ ਅਸੀਂ ਜਾਣ ਦੇ ਰਹੇ ਨੇ, ਖੁੱਲ੍ਹੇ ਨੇ ਰਸਤੇ ਜੀ। ਪਹਿਲਾਂ ਵੀ ਕਿਸਾਨ ਧਰਨੇ ਲਾਉਂਦੇ ਆਏ ਨੇ। ਪਹਿਲਾਂ ਦੇਖਿਆ ਸੀ ਕਿ ਕਿਸਾਨ ਕੋਈ ਵੀ ਸਬਜ਼ੀ, ਕੋਈ ਵੀ ਦੁੱਧ ਵਗੈਰਾ ਚੀਜ਼ ਜਾਣ ਨਹੀਂ ਦਿੰਦੇ ਸੀ। ਉਸ ਤੋਂ ਬਾਅਦ ਬੜਾ ਵਿਰੋਧ ਹੁੰਦਾ, ਮੀਡੀਆ ਜਿਹੜਾ ਵੀ ਦਿਖਾਉਂਦਾ ਰਿਹਾ ਕਿ ਕਿਸਾਨ ਜਿਹੜੇ ਨੇ ਕਿਸੇ ਨੂੰ ਜਾਣ ਨਹੀਂ ਦਿੰਦੇ, ਇੰਨਾ ਨੁਕਸਾਨ ਹੋ ਗਿਆ। ਕਿ ਅੱਜ ਕਿਸਾਨ ਸਾਰੇ ਹੀ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਕਰ ਰਿਹਾ? ਹਾਂਜੀ ਹਾਂਜੀ, ਇਹ ਬਿਲਕੁਲ ਜਾਇਜ਼ ਹੈ ਜੀ। ਜਿਹੜੀਆਂ ਸੇਵਾਵਾਂ ਐਮਰਜੈਂਸੀ ਨੇ ਉਹਨਾਂ ਨੂੰ ਕਿਸਾਨ ਹੁਣ ਉੱਦਾਂ ਦੇ ਨੇਰੇ 'ਚ ਪੜ੍ਹੇ ਲਿਖੇ ਨੇ, ਉਹਨਾਂ ਨੂੰ ਵੀ ਪਤਾ ਹੈ ਸਾਡੇ ਬੱਚੇ ਨੇ, ਸਾਡੇ ਸ਼ਹਿਰਾਂ 'ਚ ਸਾਡੇ ਬੱਚੇ ਰਹਿੰਦੇ ਨੇ, ਅਸੀਂ ਉਹ ਸਾਰੀਆਂ ਸੇਵਾਵਾਂ ਨੂੰ ਜਾਣ ਦੇ ਰਹੇ ਨੇ, ਜਿਹੜੀਆਂ ਵੀ ਜ਼ਰੂਰੀ ਨੇ ਵਸਤਾਂ ਉਹਨਾਂ ਨੂੰ ਅਸੀਂ ਸ਼ਹਿਰ 'ਚ ਜਾਣ ਦੇ ਰਹੇ ਨੇ। ਜਿਵੇਂ ਬਿੱਲ ਆਏ ਨੇ, ਕਿਸਾਨ ਸੜਕਾਂ ਦੇ ਉੱਤੇ ਹੈਗੇ ਨੇ, ਤੁਹਾਨੂੰ ਕੀ ਲੱਗਦਾ ਸਰਕਾਰ ਇਸ ਵਿਰੋਧ ਤੋਂ ਬਾਅਦ ਬਿੱਲ ਵਾਪਸ ਲਏਗੀ? ਇਹ ਬਿੱਲ ਜੇ ਜਥੇਬੰਦੀਆਂ ਕਿਸਾਨ ਮਤਲਬ ਇਸੇ ਤਰ੍ਹਾਂ ਡਟੇ ਰਹੇ ਤਾਂ ਸਰਕਾਰ ਨੂੰ ਮੋਦੀ ਸਰਕਾਰ ਨੂੰ ਮਜਬੂਰ ਹੋ ਕੇ ਬਿੱਲ ਵਾਪਸ ਲੈਣਾ ਪਊਗਾ। ਜਦੋਂ ਤੱਕ ਇਹ ਵਾਪਸ ਨਹੀਂ ਲੈਂਦੀਆਂ ਅਸੀਂ ਜ਼ਰੂਰ ਡਟ ਕੇ ਖੜਾਂਗੇ ਤੇ ਜ਼ਰੂਰ ਇਹ ਵਾਪਸ ਕਰਵਾ ਕੇ ਹਟਾਂਗੇ, ਚਾਹੇ ਸਾਨੂੰ ਕੋਈ ਵੀ ਕੁਰਬਾਨੀ, ਕੋਈ ਵੀ ਕੰਮ ਕਰਨਾ ਪੈ ਜਾਵੇ। ਤੁਸੀਂ ਕੁਰਬਾਨੀ ਦੀ ਗੱਲ ਕੀਤੀ ਹੈ, ਬਾਕੀ ਸਰਕਾਰ ਨੂੰ ਪੰਜਾਬ 'ਚ ਕਿਵੇਂ ਦੇਖਦੇ ਹੋ? ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਅਸੀਂ ਕੁਰਬਾਨੀਆਂ ਕੀਤੀਆਂ ਨੇ, ਕਾਂਗਰਸ ਪਾਰਟੀ ਕਹਿੰਦੀ ਹੈ ਕਿ ਅਸੀਂ ਬਿੱਲ ਦੇ ਖਿਲਾਫ ਹਾਂ, ਬਾਕੀ ਪਾਰਟੀ ਨੂੰ ਕਿਵੇਂ ਦੇਖਦੇ ਹੋ? ਦੂਜੀਆਂ ਪਾਰਟੀਆਂ ਜਿਹੜੀਆਂ ਜਦੋਂ ਲੋਕ ਸਭਾ ਦੇ ਵਿੱਚ ਪਾਸ ਹੋਇਆ ਬਿੱਲ, ਹਰਸਿਮਰਤ ਕੌਰ ਉੱਥੇ ਸੰਸਦ ਪਾਰਲੀਮੈਂਟ ਮੈਂਬਰ ਸੀਗੀ ਤੇ ਉਹਨੇ ਇਹਦੇ ਵਿੱਚ ਹਾਂ ਭਰੀ ਆ। ਜਦੋਂ ਕਿਸਾਨਾਂ ਨੇ ਇਹਦੇ ਗਲ ਤੇ ਗੋਡਾ ਰੱਖਿਆ ਵੀ ਸਾਨੂੰ ਵੋਟ ਨਹੀਂ ਪਾਣੀ ਤਾਂ ਇਹਨੇ ਅਸਤੀਫਾ ਦੇ ਦਿੱਤਾ। ਇਸੇ ਤਰ੍ਹਾਂ ਅਮਰਿੰਦਰ ਸਿੰਘ ਜਿਹੜਾ ਕੈਪਟਨ ਹੈ ਸਾਡਾ, CM ਹੈ, ਇਹ ਉੱਥੇ ਕਮੇਟੀ ਦਾ ਮੈਂਬਰ ਬਣ ਕੇ ਉੱਥੇ ਹਾਂ ਭਰ ਕੇ ਆਇਆ। ਹੁਣ ਜਦੋਂ ਇਹਨਾਂ ਨੇ ਦੇਖਿਆ ਸਾਨੂੰ ਵੋਟਾਂ ਨਹੀਂ ਪਈਆਂ, ਸਿਆਸੀ ਇਹ
ਆਦਮੀ ਨੇ ਤੇ ਲੋਕਾਂ ਨੂੰ ਸਾਨੂੰ ਗੁੰਮਰਾਹ ਕਰ ਰਹੇ ਨੇ। ਹੁਣ ਕਿਸਾਨਾਂ ਦੇ ਨਾਲ ਧਰਨੇ ਵਿੱਚ ਵੀ ਸ਼ਾਮਲ ਨੇ ਤੇ ਜੋ ਇਹਨਾਂ ਨੇ ਆਪਣਾ ਸੱਪ ਲਿਖਾਤਾ ਤੇ ਹੁਣ ਕੀ ਤੇ ਛੋਟੀਆਂ ਮਾਰਦੇ ਨੇ ਤੇ ਸੱਪ ਲਿਖਾਤਾ ਨੇ। ਤੇ ਇਸ ਕਰਕੇ ਹੁਣ ਇਹਨਾਂ ਨਾਲ ਇਹ ਲੋਕਾਂ ਨੂੰ ਸਾਨੂੰ ਸਮਝਣਾ ਚਾਹੀਦਾ ਇਸ ਨਾਲ ਕੀ ਕਰਨਾ, ਅੱਗੇ ਵਾ ਕੇ ਕੀ ਵਰਤਾਓ ਕਰਨਾ, ਕਿਵੇਂ ਨਾਲ ਵਰਤਣਾ। ਤੁਹਾਨੂੰ ਕੀ ਲੱਗਦਾ ਜਿਹੜੇ ਪੰਜਾਬ ਦੀ ਸਿਆਸੀ ਪਾਰਟੀਆਂ ਨੇ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਬੀਜੇਪੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਉਹ ਵਾਕਈ ਕਿਸਾਨਾਂ ਦੇ ਨਾਲ ਖੜੀ ਹੈ? ਜਿਹੜੇ ਹਾਲੇ ਤੱਕ ਜਿਹੜੀ ਆਮ ਆਦਮੀ ਪਾਰਟੀ ਆ ਦਿੱਲੀ 'ਚ ਦੇਖਿਆ ਸੀ ਉਹ ਕਿਸਾਨਾਂ ਦੇ ਨਾਲ ਖੜੀ ਹੈ ਤੇ ਇਹ ਦਾਅਵੇ ਕਰਦੇ ਨੇ ਜਿਹੜੇ ਬਾਦਲ ਦਾਅਵੇ ਕਰਦੇ ਨੇ ਅਸੀਂ ਨਾਲ ਖੜੇ ਨੇ। ਜਦੋਂ ਬੀਜੇਪੀ ਨਾਲ ਨੇ ਜੋ ਕਾਰਪੋਰੇਟ ਘਰਾਣੇ ਨੂੰ ਫਾਇਦਾ ਦਿੰਦੀ ਹੈ, ਦੇਣਾ ਚਾਹੁੰਦੇ ਨੇ ਉਹ ਦੇ ਦਿੰਦੇ ਨੇ ਤੇ ਉਹ ਨੀਰਜ ਮੋਦੀ ਭੱਜ ਗਿਆ ਬੈਂਕਾਂ ਤੋਂ, ਉਹਦਾ ਕੱਖ ਨਹੀਂ ਕਰ ਸਕਿਆ। ਇਹ ਕਹਿੰਦੇ ਸੀ ਕਿਸਾਨਾਂ ਦੇ 2022 ਚ ਦੁੱਗਣੀ ਫਸਲ ਆਮਦਨ ਕਰ ਦਾਂਗੇ, ਦੂਸਰੇ ਪਾਸੇ ਨੂੰ ਗਲਾ ਘੋਟ ਨੇ। ਸਾਨੂੰ ਇੱਕ ਸਬਜ਼ਬਾਦ ਦਿਖਾ ਰਹੇ ਨੇ, ਇਹ ਕਿਸਾਨੀ ਦਾ ਗਲਾ ਘੋਟਣ ਲੱਗੇ ਨੇ ਤੇ ਸਾਨੂੰ ਇਹਦੇ ਬਾਰੇ ਸਮਝਣਾ ਚਾਹੀਦਾ ਜੀ। ਤੁਹਾਨੂੰ ਕੀ ਲੱਗਦਾ 2022 ਵਿੱਚ ਅੱਗੇ ਇਲੈਕਸ਼ਨ ਆਉਣਗੇ, ਜਦੋਂ ਇਲੈਕਸ਼ਨ ਆਉਣਗੇ ਲੋਕੀ ਸਵਾਲ ਕਰਨਗੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਕਿ ਉਹ ਕਿਸਾਨ ਧਰਨੇ 'ਤੇ ਬੈਠੇ ਸੀ, ਤੁਸੀਂ ਆ ਕੇ ਵੋਟਾਂ ਮੰਗਣ ਆ ਗਏ ਹੋ? ਦੇਖੋ ਜੀ, ਅੱਜ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਪੰਜਾਬ 'ਚ ਅਸਤੀਫਾ ਦਿੱਤਾ, ਜੇ ਬਾਦਲ ਦੇ ਘਰ ਵਿੱਚ ਜਾ ਕੇ ਉਹਦੀ ਗਰਦਨ ਤੇ ਗੋਡਾ ਰੱਖਿਆ ਕਿਸਾਨਾਂ ਨੇ, ਅੱਜ ਉਹਦਾ ਮੂੰਹ ਬੰਦ ਕਰਿਆ ਪਿਆ, ਦਰਵਾਜ਼ੇ ਬੰਦ ਕਰੇ ਪਏ, ਉਹ ਮਜਬੂਰੀ ਵਸ ਦਿੱਤਾ, ਕੋਈ ਖੁਸ਼ੀ ਨਹੀਂ ਦਿੱਤਾ। ਠੀਕ ਹੈ, ਬਾਕੀ ਜਿਹੜੇ 3 ਆਰਡੀਨੈਂਸਸ ਪਾਸ ਕੀਤੇ ਆ ਇਹ ਬਿਲਕੁਲ ਕਿਸਾਨਾਂ ਲਈ, ਵਪਾਰੀਆਂ ਲਈ, ਮਜ਼ਦੂਰਾਂ ਲਈ, ਆੜ੍ਹਤੀਆਂ ਲਈ, ਮੁਨੀਮਾਂ ਲਈ, ਪੱਲੇਦਾਰਾਂ ਲਈ ਬਹੁਤ ਘਾਤਕ ਆਰਡੀਨੈਂਸ ਸੀਗੇ, ਜਿਨ੍ਹਾਂ ਨੂੰ ਬਿੱਲ ਦਾ ਰੂਪ ਪਾਰਲੀਮੈਂਟ ਵਿੱਚ ਵੀ ਤੇ ਰਾਜ ਸਭਾ ਵਿੱਚ ਵੀ ਮੋਦੀ ਨੇ ਗਲਤ ਤਰੀਕੇ ਨਾਲ ਪਾਸ ਕਰਾ ਕੇ ਉਹ ਲੋਕਾਂ ਤੇ ਥੋਪਤੇ। ਪਰ ਪੰਜਾਬ ਦੀ ਕਿਸਾਨੀ ਤੁਸੀਂ ਦੇਖ ਰਹੇ ਆ, ਕਿਉਂਕਿ ਸਭ ਤੋਂ ਵੱਧ ਜਿਹੜਾ ਇਹਦਾ ਨੁਕਸਾਨ ਆ ਪੰਜਾਬ ਦੇ ਕਿਸਾਨਾਂ 'ਤੇ ਪੈਣਾ, ਕਿਉਂਕਿ ਜਿਹੜੀਆਂ ਮੇਨ ਫਸਲਾਂ ਜਿਨ੍ਹਾਂ ਲਈ MSP ਦੀ ਜ਼ਰੂਰਤ ਹੈ, ਭਾਵੇਂ ਕਣਕ ਹੈ, ਭਾਵੇਂ ਧਾਨ ਹੈ, ਭਾਵੇਂ ਮੱਕੀ ਹੈ, ਭਾਵੇਂ ਹੋਰ ਫਸਲਾਂ ਨੇ, ਉਹ ਕਿਉਂਕਿ ਪੰਜਾਬ ਨੂੰ ਕਿਸਾਨ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ। ਇਸ ਕਰਕੇ ਸਭ ਤੋਂ ਵੱਧ, ਕਿਉਂਕਿ ਹਿਮਾਚਲ ਵੀ, ਹਰਿਆਣਾ ਵੀ, ਰਾਜਸਥਾਨ ਦਾ ਕੁਛ ਹਿੱਸਾ ਪੰਜਾਬ ਤੋਂ ਹੀ ਵੱਖ ਹੋ ਕੇ ਗਏ ਨੇ, ਕਿਉਂਕਿ ਸੈਂਟਰ ਨੂੰ ਹਮੇਸ਼ਾ ਪੰਜਾਬ ਰੜਕਦਾ ਰਿਹਾ, ਕਿਉਂਕਿ ਪੰਜਾਬ ਅਣਖੀ ਗੈਰਤਮੰਦਾਂ ਲੋਕਾਂ ਦੀ ਕੌਮ ਹੈ, ਲੋਕਾਂ ਦੀ ਸਟੇਟ ਹੈ। ਇਸ ਕਰਕੇ ਜਿਹੜਾ ਮੋਦੀ ਹੈ ਇਹ ਫਿਰਕੂ ਬੰਦਾ, ਫਿਰਕੂ ਭਾਵਨਾ ਭੜਕਾ ਕੇ ਇਹ ਬਾਕੀ ਸਟੇਟਾਂ ਨੂੰ ਕਮਜ਼ੋਰ ਕਰਕੇ, ਕਿਉਂਕਿ ਬਾਦਲ ਨੇ ਨਹੀਂ, ਮੇਰਾ ਇੱਕ ਸਵਾਲ ਹੈ ਕਿ ਕੋਈ ਵੀ ਬੀਜੇਪੀ ਦਾ ਲੀਡਰ ਤੁਹਾਨੂੰ ਆ ਕੇ ਸਮਝਾ ਦੇਵੇ ਕਿ ਜਿਹੜੇ ਬਿੱਲ ਪਾਸ ਹੋਏ ਤੁਹਾਡੇ ਹੱਕ ਵਿੱਚ ਨੇ, ਧਰਨਾ ਬੰਦ ਕਰ ਦੋਗੇ? ਉਹ ਕਿਸੇ ਜਗ੍ਹਾ ਅਸੀਂ ਅਨਪੜ੍ਹ ਥੋੜਾ ਜੀ, ਅਸੀਂ ਡਿਗਰੀਆਂ, ਅਸੀਂ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਸਾਡੇ ਕੋਲ ਡਿਗਰੀਆਂ। ਤੁਸੀਂ ਦੇਖੋ 150 ਸਾਲ ਪੁਰਾਣਾ ਇਤਿਹਾਸ, ਅਮਰੀਕਾ, ਕੈਨੇਡਾ, ਇੰਗਲੈਂਡ, ਪਹਿਲਾਂ ਉੱਥੇ ਵੀ ਇਹ ਕਿਸਾਨ ਸੀਗੇ, ਕਿਸੇ ਕੋਲ 10 ਏਕੜ, ਕਿਸੇ ਕੋਲ 20 ਏਕੜ, ਕਿਸੇ ਕੋਲ 5 ਏਕੜ। ਅੱਜ ਉੱਥੇ 20-20 ਹਜ਼ਾਰ ਏਕੜ ਦੇ ਮਾਲਕ ਹੈ, ਸਿਰਫ 3% ਕਿਸਾਨ ਰਹਿ ਗਏ, ਕਿਉਂਕਿ ਉੱਥੇ ਆਲਰੇਡੀ ਕਲਸਟਰ ਬਣ ਕੇ ਉੱਥੇ ਹੋ ਚੁੱਕਿਆ। ਉੱਥੇ ਕਿਸਾਨਾਂ ਦੀ ਹਾਲਤ ਇੰਨੀ ਮਾੜੀ, ਤਰਸਯੋਗ ਹੋ ਚੁੱਕੀ ਹੈ ਵੀ ਕਿਸਾਨ ਖੇਤੀ ਕਰਕੇ ਰਾਜੀ ਨਹੀਂ। ਉਹੀ ਕੁਛ ਇੱਥੇ ਜਦੋਂ ਕਲਸਟਰ ਬਣ ਜਾਣੇ, ਇਹਨਾਂ ਦੇ 10 ਕਿੱਲੇ, ਇਹਨਾਂ ਦੇ 20 ਕਿੱਲੇ, ਮੇਰੇ 30 ਕਿੱਲੇ ਆ, ਕੰਪਨੀਆਂ ਨੇ ਐਗਰੀਮੈਂਟ ਸਾਡੇ ਨਾਲ ਕਰ ਲੈਣੇ 20 ਸਾਲ ਦੇ ਮਾਲਕ, ਅਸੀਂ ਸਾਡੇ ਨਾਲ ਐਗਰੀਮੈਂਟ ਕਰ ਲਿਆ ਤੇ ਲੋਨ ਕਰਜ਼ਾ ਲੈਣਾ ਸਾਡੀਆਂ ਜ਼ਮੀਨਾਂ ਤੇ ਕਰੋੜਾਂ ਅਰਬਾਂ ਰੁਪਏ ਉਹਨਾਂ ਨੇ। ਕੱਲ ਨੂੰ ਉਹ ਐਗਰੀਮੈਂਟ ਵਿੱਚ ਇਹ ਲਿਖਿਆ ਵੀ ਕੰਪਨੀ ਜਦੋਂ ਮਰਜ਼ੀ ਸਮਝੌਤਾ ਤੋੜ ਸਕਦੀ ਹੈ, ਕਿਸਾਨ ਨਹੀਂ ਤੋੜ ਸਕਦਾ। ਜੇ ਕੱਲ ਨੂੰ ਸਮਝੌਤਾ ਤੋੜ ਕੇ ਭੱਜ ਗਏ, ਅਸੀਂ ਤਾਂ ਸੋਸਾਇਟੀ ਦਾ ਰੇਹ ਦੇ ਪੈਸੇ ਨਹੀਂ ਦੇ ਸਕਦੇ, ਅਸੀਂ ਕਰੋੜਾਂ ਰੁਪਇਆ ਅੰਬਾਨੀਆਂ ਅਡਾਨੀਆਂ ਦਾ ਅਸੀਂ ਕਿੱਥੋਂ ਦੇ ਦਾਂਗੇ? ਇਹ ਬਹੁਤ ਗੁੱਝੀ ਚਾਲ ਹੈ। ਇੱਕ ਦੇਖੋ ਹੁਣ ਸਾਡੀਆਂ ਟਾਂਡਾਂ, ਸਾਡੇ ਵਿਹੜੇ ਲਸਣ ਪਿਆਜ਼ ਨਾਲ ਭਰੇ ਪਏ ਆ, ਜੇਕਰ ਉਹ ਲਾਗੂ ਹੋ ਗਿਆ, ਸਾਨੂੰ ਲਿਫਾਫਿਆਂ ਵਿੱਚ, ਪਲਾਸਟਿਕ ਦੇ ਪੈਕਟ ਵਿੱਚ ਇੱਕ ਲਸਣ ਦੀ ਪੋਥੀ 200 ਰੁਪਏ ਦੀ ਮਿਲਿਆ ਕਰਨੀ ਆ। ਕਿਹੜਾ ਵਪਾਰੀ ਖਰੀਦ ਲੂਗਾ, ਕਿਹੜਾ ਮਜ਼ਦੂਰ ਕਿਹੜਾ ਕਿਸਾਨ ਖਰੀਦ ਲੂਗਾ? ਇਹ ਬਹੁਤ ਘਾਤਕ ਬਿੱਲ ਹੈ। ਜਦੋਂ ਤੱਕ ਇਹ ਵਾਪਸ ਨਹੀਂ ਹੁੰਦਾ, ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ, ਆਮ ਆਦਮੀ ਪਾਰਟੀ ਸਾਡੀ ਦਿੱਲੀ ਦੇ ਵਿੱਚ ਪਹਿਲੀ ਸਟੇਟ ਹੈ, ਆਮ ਆਦਮੀ ਪਾਰਟੀ, ਜਿਸ ਨੇ ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਕੀਤਾ। ਅੱਜ ਉੱਥੇ 2750 ਰੁਪਏ ਕੁਇੰਟਲ ਕਣਕ ਵਿਕ ਰਹੀ ਹੈ, ਜੋ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਦੇ ਹਿਸਾਬ ਨਾਲ ਫਸਲਾਂ ਦੇ। ਮੇਰਾ ਸਵਾਲ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿੰਨਾ ਵੀ ਵਰਗ ਹੈਗਾ, ਅਨਪੜ੍ਹ ਨਹੀਂ ਹੈਗੇ, ਕਿਉਂਕਿ ਬੀਜੇਪੀ ਜਿਸ ਤਰ੍ਹਾਂ ਸਮਝਾਉਣ 'ਚ ਲੱਗੀ ਹੋਈ ਕਿ ਤੁਹਾਡੇ ਹੱਕ ਦੇ ਵਿੱਚ ਬਿੱਲ ਨੇ, ਫਿਰ ਜੇ ਮੈਂ ਸਵਾਲ ਇਹ ਕਰਾਂ ਕਿ ਬੀਜੇਪੀ ਦਾ ਲੀਡਰ ਵਾਕਈ ਤੁਹਾਡੇ ਜਾ ਕੇ ਸਮਝਾ ਦੂਗਾ ਕਿ ਆਰਡੀਨੈਂਸ ਕੀ ਹੈਗਾ? ਇੰਨੀ ਹਿੰਮਤ ਰੱਖਦੇ ਨੇ ਬੀਜੇਪੀ ਵਾਲੇ? ਬਿਲਕੁਲ ਚੋਰ ਹੈ ਜੀ, ਝੂਠੇ ਠੱਗ ਹੈ ਉਹ। ਕਦੇ ਵੀ ਕਦਾਚਿਤ ਪੰਜਾਬ ਦੇ ਲੋਕ ਉਹਨਾਂ ਨੂੰ ਨੇੜੇ ਨਹੀਂ ਲੱਗਣ ਦੇਣਗੇ, ਉਹਨਾਂ ਨੂੰ ਵੜ ਨਹੀਂ ਦੇਣਗੇ। ਨਾ ਅਸੀਂ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੁੰਦੇ, ਉਦੋਂ ਤੱਕ ਜਿਹੜਾ ਸੰਘਰਸ਼ ਹੈ ਸੜਕਾਂ ਦੇ ਉੱਤੇ, ਲੋਕ, ਕਿਸਾਨ, ਮਜ਼ਦੂਰ, ਵਪਾਰੀ, ਅਸੀਂ ਸੜਕਾਂ ਦੇ ਉਤਰੇ ਹੋਏ ਸਾਂ। ਜਿਸ ਨਾਲ ਸੰਸਿਮ ਕੌਰ ਬਾਦਲ ਨੇ ਅਸਤੀਫਾ ਦਿੱਤਾ ਕਿ ਨਹੀਂ, ਮੈਂ ਕਿਸਾਨ ਦੀ ਧੀ ਹਾਂ, ਕਿਸਾਨ ਦੀ ਬੇਟੀ ਹਾਂ, ਮੈਂ ਆਪਣੇ ਸਰਕਾਰ ਨੂੰ, ਬੀਜੇਪੀ ਨੂੰ ਗੱਲ ਸਮਝਾ ਨਹੀਂ ਪਾਈ, ਤਾਂ ਰਿਜ਼ਾਈਨ ਦਿੱਤਾ ਕਿ ਵਾਕਈ ਤੁਹਾਡੀ ਸਾਰੇ ਕਿਸਾਨਾਂ ਦੀ ਹਮਾਇਤ ਲੈਣ ਲਈ ਦਿੱਤਾ ਗਿਆ ਅਸਤੀਫਾ। ਸਭ ਤੋਂ ਵੱਡੇ ਕੰਡੇ ਤਾਂ ਬਾਦਲਾਂ ਨੇ ਬੀਜੇ ਹੋਏ ਆ। 1996 ਦੇ ਵਿੱਚ ਜਦੋਂ ਬਾਬਰੀ ਮਸਜਿਦ ਢਾਈ ਗਈ ਆ, ਉਦੋਂ ਇਹਨੇ ਪੰਜਾਬ ਨੂੰ ਹਰਿਆਣੇ ਤੋਂ ਚਟਾਲੇ ਨਾਲ ਲੈ ਕੇ, ਤਾਮਿਲਨਾਡੂ ਤੋਂ ਚੰਦਰ ਬਾਬੂ ਨਾਇਡੂ ਨੂੰ ਨਾਲ ਲੈ ਕੇ ਇਹਨੂੰ ਮਜ਼ਬੂਤ ਕੀਤਾ।
ਮੋਦੀ ਨੂੰ ਸੈਂਟਰ 'ਚ ਉਦੋਂ ਬੀਜੇਪੀ ਦੀ ਸਰਕਾਰ ਸੀਗੀ, ਉਹਨਾਂ ਨੂੰ ਮਜ਼ਬੂਤ ਕੀਤਾ। ਉਸ ਤੋਂ ਬਾਅਦ ਜਿਹੜੇ ਸਟੇਟਾਂ ਕਮਜ਼ੋਰ ਹੋਈਆਂ, ਸਟੇਟਾਂ ਦੀ ਜਿਹੜੀ ਸ਼ਕਤੀ ਘਟੀ ਆ, ਇਹਨਾਂ ਨੇ ਜਿਹੜਾ ਸੈਂਟਰ 'ਚ ਬਿੱਲ ਹੈ ਸਟੇਟਾਂ ਨੂੰ ਨੁਕਸਾਨ ਪਹੁੰਚਾਉਣ ਲਈ, ਸਟੇਟਾਂ ਨੂੰ ਕਮਜ਼ੋਰ ਕਰਨ ਲਈ ਆਪਣੀ ਮਰਜ਼ੀ ਦੇ ਹਿਸਾਬ ਨਾਲ ਚੇਂਜ ਕਰਦੇ ਰਹੇ। ਹੁਣ ਜਿਸ ਗੱਲ ਹਮੇਸ਼ਾ ਪੰਜਾਬ ਨੂੰ ਬਾਗੀ ਕਿਹਾ ਜਾਂਦਾ ਕਿ ਬਾਗੀਆਂ, ਜਦੋਂ ਵੀ ਹੱਕ ਦੀ ਗੱਲ ਕਰਨੇ ਆ ਪੰਜਾਬ ਨੂੰ ਬਾਗੀ ਕਿਹਾ ਜਾਂਦਾ। ਹੁਣ ਕਿਸਾਨ ਧਰਨੇ 'ਚ ਬੈਠੇ ਨੇ, ਬਾਗੀ ਨੇ ਕਿ ਆਪਣੇ ਹੱਕਾਂ ਵਾਸਤੇ ਲੜਾਈ ਲੜ ਰਹੇ ਨੇ? ਕਿਸਾਨ ਆਪਣੇ ਚੁੱਲ੍ਹਿਆਂ ਦੀ ਅੱਗ ਬਲਦੀ ਰੱਖਣ ਲਈ, ਕਿਸਾਨ ਆਪਣੇ ਮਜ਼ਦੂਰੀ ਬਚਾਉਣ ਲਈ, ਕਿਸਾਨ ਆਪਣੀਆਂ ਧੀਆਂ ਭੈਣਾਂ ਨੂੰ ਇੱਜ਼ਤ ਬਚਾਉਣ ਲਈ ਤਾਂ ਸੜਕਾਂ ਤੇ ਉਤਰੇ ਹੋਏ ਆ। ਫਿਰ ਬਾਗੀ ਕਿਸ ਨੂੰ ਕਿਹਾ ਜਾਂਦਾ? ਫਿਰ ਪੰਜਾਬ ਨੂੰ ਬਾਗੀ ਕਿਉਂ ਕਿਹਾ ਜਾਂਦਾ? ਬਾਕੀ ਕਿ ਪੰਜਾਬ ਅਣਖੀ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਹਾਂ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਵਾਰਸ, ਜਿਨ੍ਹਾਂ ਨੇ ਬਾਬਰ ਨੂੰ ਲਲਕਾਰਿਆ ਸੀਗਾ। ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆ ਦੇ ਵਿੱਚ ਮੁਗਲਾਂ ਦਾ ਨਾਸ਼ ਕੀਤਾ, ਅਸੀਂ ਉਹਨਾਂ ਦੇ ਵਾਰਸ ਹਾਂ। ਬਾਹਰ ਚੱਲ ਜੂਗਾ ਤਾਂ ਪੰਜਾਬ ਦੇ ਵਿੱਚ ਮੋਦੀ ਨੇ ਪੰਗਾ ਗਲਤ ਲੈ ਲਿਆ, ਉਹਨੂੰ ਭੁਗਤਣਾ ਪਊਗਾ ਇਹਦਾ। ਹੁਣ ਜਿਸ ਗੱਲ ਤੁਸੀਂ ਸਰਕਾਰ ਪੰਜਾਬ ਦੀ ਜਿੰਨੀ ਵੀ ਪਾਰਟੀਆਂ ਰਾਜਨੀਤੀ, ਤਾਂ ਲੱਗਦਾ ਕੋਈ ਵੀ ਕਿਸਾਨਾਂ ਦੇ ਹੱਕ ਵਿੱਚ ਖੜੀ ਹੈ? ਕੋਈ ਪਾਰਟੀ ਵੀ? ਕੋਈ ਪਾਰਟੀ ਨਹੀਂ ਖੜੀ ਜੀ, ਸਭ ਆਪਣੇ ਪਰਿਵਾਰ ਆਪਣੇ ਜੇ ਪਾਰਟੀਆਂ ਖੜਦੀਆਂ ਤਾਂ ਸੜਕਾਂ ਪਰ ਕਿਸਾਨਾਂ ਨੂੰ ਆਉਣ ਦੀ ਲੋੜ ਨਾ ਪੈਂਦੀ, ਕਿਉਂਕਿ ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਆ। ਉਹਨਾਂ ਨੇ ਕਿਸਾਨਾਂ ਬਾਰੇ ਸੋਚਿਆ ਹੀ ਨਹੀਂ, ਉਹਨਾਂ ਨੇ ਮਜ਼ਦੂਰਾਂ ਬਾਰੇ ਨਹੀਂ ਸੋਚਿਆ, ਇਸ ਸਿਰਫ ਤਾਂ ਸਿਰਫ ਉਹਨਾਂ ਨੇ ਆਪਣੇ ਪਰਿਵਾਰ ਪਾਲੇ ਆ। ਜੇ ਜਿੰਨੇ ਵੀ ਤੁਸੀਂ ਪਿੰਡਾਂ 'ਚ ਲੋਕ ਆਏ ਹੋ, ਅਲੱਗ-ਅਲੱਗ ਪਿੰਡਾਂ 'ਚੋਂ, ਕੱਲ ਕੋਈ ਵੀ ਪਾਰਟੀ ਵਾਲਾ ਤੁਹਾਡੇ ਪਿੰਡ ਵਿੱਚ ਆਉਂਦਾ, ਸਵਾਲ ਹੋਣਗੇ, ਸਵਾਲ ਕੀਤੇ ਜਾਣਗੇ, ਸਵਾਲ ਪੁੱਛੋਗੇ ਕਿ ਸਾਸੀ ਧਰਨੇ 'ਤੇ ਬੈਠੇ ਸੀ, ਤੁਸੀਂ ਉਸ ਸਮੇਂ ਕਿੱਥੇ ਗਏ ਸੀ? ਮੈਂ ਤਾਂ ਕਹਿੰਦਾ ਵੀ ਇਹਨਾਂ ਨੂੰ ਪਿੰਡਾਂ 'ਚ ਵੜਨਾ ਨਹੀਂ ਚਾਹੀਦਾ। ਪਿੰਡਾਂ 'ਚ ਬੋਰਡ ਲੱਗ ਗਏ, ਇਹਨਾਂ ਦੇ ਰਸਤੇ ਬੰਦ ਕਰਤੇ, ਲਿਖ ਕੇ ਲਾਤਾ ਲੋਕਾਂ ਨੇ ਵੀ ਇੱਥੇ ਅਕਾਲੀਆਂ ਦਾ ਆਉਣਾ ਬੰਦ, ਇੱਥੇ ਕਾਂਗਰਸੀ, ਕੋਈ ਵੀ ਰਾਜਨੀਤਿਕ ਪਾਰਟੀ ਹੈ ਜਦੋਂ ਤੱਕ ਕਿਸਾਨਾਂ ਦੇ ਲਈ ਨਹੀਂ ਸੋਚਦੀ, ਕਿਸਾਨਾਂ ਦਾ ਭਲਾ ਨਹੀਂ ਹੁੰਦਾ, ਕਿਸਾਨ ਖੁਸ਼ਹਾਲ ਨਹੀਂ ਹੁੰਦਾ, ਉਦੋਂ ਤੱਕ ਇਹਨਾਂ ਦਾ ਬਾਈਕਾਟ ਕਰਨਾ ਬਣਦਾ। ਤੁਹਾਨੂੰ ਕੀ ਲੱਗਦਾ ਜੋ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਕਿਸਾਨਾਂ ਦੀ ਪਾਰਟੀ, ਵਾਕਈ ਕਿਸਾਨਾਂ ਦੀ ਪਾਰਟੀ ਆ? ਇਹ ਤਾਂ ਸਾਬਤ ਹੀ ਕਰਦਾ ਜੀ ਇਹਨਾਂ ਨੇ, ਜਦੋਂ ਇੱਕ ਸਰਕਾਰ ਦੇ ਵਿੱਚ ਬੈਠ ਕੇ ਉਹ ਬਿੱਲਾਂ ਨੂੰ ਪਾਸ ਕਰਵਾਤਾ, ਫਿਰ ਕਿਸਾਨਾਂ ਦੀ ਪਾਰਟੀ ਕਿੱਦਾਂ ਹੋਈ? ਇੱਕ ਐਮਐਸਪੀ ਕਿਸਾਨ ਦੀ ਰਿਜ਼ਾਈਨ ਨੇ ਦਿੱਤਾ, ਹਰਸਿਮਰਤ ਕਹਿੰਦੀ ਮੈਂ ਧੀਆਂ ਕਿਸਾਨਾਂ ਦੀ ਮੈਂ ਰਿਜ਼ਾਈਨ ਦੇਤਾ, ਅਸਤੀਫਾ ਦੇਤਾ। ਇਹ ਸ਼ੁਰੂ ਇਹਨਾਂ ਨੇ ਕੀਤਾ, ਦੋਨੇ ਸਰਕਾਰਾਂ ਹੈ, ਜਿਹੜੀ ਅਕਾਲੀ ਦਲ ਦੀ ਸਰਕਾਰ ਹੈ, ਇਹ ਮਿਨਿਸਟਰ ਸੀਗੇ ਤੇ ਕੈਪਟਨ ਸਾਹਿਬ ਇਹ ਪਾਰਟੀ ਦੇ ਮੈਂਬਰ ਸੀਗੇ, ਇਹ ਉਸ ਜਿਹੜੀ ਕਮੇਟੀ ਬਣਾਈ ਸੀਗੀ ਉਹਦੇ ਮੈਂਬਰ ਰਹੇ, ਤੇ ਜੇ ਇਹਨੇ ਰੋਕਣਾ ਚਾਹੁੰਦੇ ਤਾਂ ਰੁਕ ਸਕਦਾ ਸੀ, ਪਰ ਇਹਨਾਂ ਨੇ ਜਾਣ ਕੇ ਕਿਸਾਨ ਨੂੰ ਬਰਬਾਦ ਕੀਤਾ। ਇਹਨਾਂ ਨੂੰ ਇਹ ਭੁਗਤਣਾ ਪਏਗਾ। ਫਿਰ ਕੱਲ ਨੂੰ ਪਿੰਡਾਂ 'ਚ ਤੁਹਾਡੇ ਪਿੰਡ ਵਿੱਚ ਆਣ ਕੇ ਸਵਾਲ ਕਰਨਗੇ, ਕਿਉਂਕਿ ਤੁਹਾਡੇ ਨਾਲ ਨੌਜਵਾਨ ਵੀ ਸਵਾਲ ਕਰਨਗੇ ਕਿ ਤੁਸੀਂ ਜਦੋਂ ਧਰਨੇ ਲਗਾਏ ਸੀ, ਸਾਡੇ ਮਾਵਾਂ ਨੇ, ਬਜ਼ੁਰਗਾਂ ਨੇ, ਤੁਸੀਂ ਉਸ ਸਮੇਂ ਕਿੱਥੇ ਗਏ ਸੀ? ਸਵਾਲ ਹੋਣਗੇ ਪਿੰਡਾਂ 'ਚ ਆਣਗੇ ਤਾਂ। ਅਸੀਂ ਕਰਾਂਗੇ ਜੀ, ਅਸੀਂ ਕਰਾਂਗੇ, ਅਸੀਂ ਪਿੰਡਾਂ ਤੋਂ ਹੀ ਆਏ ਪਏ ਹਾਂ, ਅਸੀਂ ਕਿਹੜੇ ਸ਼ਹਿਰਾਂ ਤੋਂ ਆ, ਅਸੀਂ ਕਿਸਾਨ ਆ, ਅਸੀਂ ਪਿੰਡਾਂ ਤੋਂ ਆਏ ਪਏ, ਅਸੀਂ ਕਰਾਂਗੇ ਸਵਾਲ, ਅਸੀਂ ਪੁੱਛਾਂਗੇ। ਪਿੱਛੇ ਵੀ ਭਗਵੰਤ ਮਾਨ ਜੀ ਨੇ ਸਾਬਤ ਕਰਦਾ 25 ਕਰੋੜ ਰੁਪਏ ਇੱਕ ਐਮਪੀ ਨੂੰ ਮਿਲਦਾ, ਇਹਨਾਂ ਨੇ ਕਿਹੜਾ ਦਿੱਤਾ ਰੁਪਈਆ? ਕਰੇ ਮੈਂ ਤਾਂ ਐਮਪੀ ਨੇ ਦਿੱਤਾ ਕਿਸੇ, ਜਦੋਂ ਸਾਬਤ ਕਰਕੇ ਦੱਸਿਆ ਕੋਈ ਐਮਪੀ ਮੈਂ 25 ਕਰੋੜ ਰੁਪਏ ਖਰਚ ਕਰਿਆ? ਭਗਵੰਤ ਮਾਨ ਜੀ ਨੇ ਕਿਸੇ, ਆਮ ਆਦਮੀ ਪਾਰਟੀ ਦਾ ਇੱਕੋ ਐਮਪੀ ਹੈ ਜਿਹਨੇ ਸਾਬਤ ਕਰਤਾ ਵੀ 25 ਕਰੋੜ ਰੁਪਈਆ ਹਰ ਇੱਕ ਪਿੰਡ ਨੂੰ ਮਿਲਦਾ, ਹਰ ਇੱਕ ਆਪਣੇ ਹਲਕੇ ਨੂੰ ਮਿਲਦਾ ਹੈ। ਇਹਨਾਂ ਨੇ ਕਦੇ ਦੱਸਿਆ? ਇੱਕ ਚਾਰ ਬੈਂਚ ਰੱਖ ਕੇ ਕਹਿੰਦੇ ਨੇ ਅਸੀਂ ਐਮਪੀ ਬੜੇ ਹੱਕ ਦੇ ਵਿੱਚ ਆਈ ਸਾਰੇ ਦੇ, ਕਿਸੇ ਐਮਪੀ ਨੇ ਦੱਸਿਆ? ਅੱਜ ਤੱਕ ਕਿੰਨੇ ਐਮਪੀ ਨੇ? ਸਾਡੇ ਅਨੰਦਪੁਰ ਸਾਹਿਬ ਤੋਂ ਚੰਦੂ ਮਾਜਰਾ ਜੀ ਐਮਪੀ, ਕਦੇ ਇਹਨਾਂ ਨੇ ਦੱਸੋ ਕਦੇ ਕਿਤੇ ਦਿੱਤੇ ਹੋਵੇ 25 ਕਰੋੜ ਰੁਪਏ ਕਿਸੇ ਨੂੰ ਮਿਲਦਾ? ਕਦੇ ਦਿੱਤੇ ਹੋਵੇ? ਸਿਰਫ ਇੱਕ ਪਾਰਟੀ ਆਮ ਆਦਮੀ ਪਾਰਟੀ ਜਿਹਨਾਂ ਭਗਵੰਤ ਮਾਨ ਜੀ ਨੇ ਸਾਬਤ ਸਪਸ਼ਟ ਕੀਤਾ ਵੀ ਇੰਨੇ ਪੈਸੇ, ਚਾਹੇ ਸਰਕਾਰ ਕਿਸੇ ਦੀ ਵੀ ਹੋਵੇ, ਸੈਂਟਰ ਤੋਂ ਪੈਸਾ ਮਿਲਦਾ ਹੀ ਮਿਲਦਾ ਹੈ, ਜਿਹੜੇ ਕਿ ਇਹ ਖਾ ਜਾਂਦੇ ਉੱਪਰ। ਹੁਣ ਜਿਸ ਕਹਿੰਦਾ ਬਿੱਲ ਹੈ, ਅਕਾਲੀ ਦਲ ਤਾਂ ਕਹਿੰਦੀ ਹੈ ਕਿਸਾਨਾਂ ਦੀ ਪਾਰਟੀ, ਵਿਕਾਸ ਸਿੰਘ ਬਾਦਲ ਕਹਿੰਦੇ ਮੈਂ ਜੇਲ੍ਹਾਂ ਵੀ ਕੱਟੀਆਂ, ਕਿਸਾਨਾਂ ਨਾਲ ਖੜਾ ਵੀ ਹਾਂ। ਅੱਜ ਦੇ ਦੌਰ ਵਿੱਚ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਖੜੀ ਹੈ? ਜੇ ਖੜੀ ਹੁੰਦੀ ਫਿਰ ਇਹ ਇੰਨੇ ਢਾਂਡਸ ਕਿਉਂ ਕਰਦੇ? ਸਟਾਰਟਿੰਗ ਦੇ ਵਿੱਚ ਅਸਤੀਫਾ ਕਿਉਂ ਨਹੀਂ ਦਿੱਤਾ? ਪਹਿਲਾਂ ਰੌਲਾ ਕਿਉਂ ਨਹੀਂ ਪਾਇਆ? ਮਿਨਿਸਟਰੀ ਸੀ, ਮਿਨਿਸਟਰੀ ਦੇ ਵਿੱਚ ਸੀ, ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ? ਇਸ ਗੱਲ ਦਾ ਜਵਾਬ ਦੇਣਾ ਵੀ ਇਹਨਾਂ ਨੇ ਜਦੋਂ ਆਰਡੀਨੈਂਸ ਅੱਜ ਦਾ ਰਿਹਾ, ਕਿੰਨੀ ਦੇਰ ਦਾ ਚੱਲ ਰਹੀ ਗੱਲਬਾਤ, ਇੱਕ ਦਿਨ ਵਿੱਚ ਕਾਨੂੰਨ ਨਹੀਂ ਬਣ ਜਾਂਦਾ। ਇਹਨਾਂ ਨੇ ਉਦੋਂ ਅਸਤੀਫਾ ਕਿਉਂ ਨਹੀਂ ਦਿੱਤਾ? ਇਹ ਪਹਿਲਾਂ ਵੀ 5 ਸਾਲ ਮਿਨਿਸਟਰੀ ਭੁਗਤਾਈ ਇਹਨਾਂ ਨੇ, ਹੁਣ ਵੀ ਮਿਨਿਸਟਰ ਹੈ ਇਹ। 5 ਸਾਲ ਤੋਂ ਪਹਿਲਾਂ ਤਾਂ ਸੁੱਤੇ ਪਏ ਸੀ, ਚੁੱਪ ਸੀ ਇਹ ਮੈਡਮ। ਬਾਕੀ ਕਿਸ ਨੂੰ ਕਿਹਾ ਜਾਂਦਾ? ਪੰਜਾਬ ਦੇ ਲੋਕ ਜਦੋਂ ਹੱਕ ਮੰਗਦੇ ਨੇ ਬਾਗੀ ਕਿਹਾ ਜਾਂਦਾ। ਹੱਕ ਮੰਗਦਾ ਆਪਣਾ, ਉਹਨੂੰ ਬਾਗੀ ਕਹਿ ਦਿੰਦੀ ਸਰਕਾਰ। ਜੋ ਆਪਣੇ ਹੱਕ ਮੰਗਣ ਉਹਨਾਂ ਨੂੰ ਬਾਗੀ ਕਿਹਾ ਜਾਂਦਾ। ਹੁਣ ਤੁਸੀਂ ਬਾਗੀ ਹੋ ਕਿ ਆਪਦਾ ਹੱਕ ਮੰਗਦੇ ਹੋ? ਬਿਲਕੁਲ ਬਾਗੀ ਨਹੀਂ ਹੈ। ਇਹ ਜਿਹੜੀ ਕਿਸਾਨ ਯੂਨੀਅਨ ਹੈ, ਕਿਸਾਨਾਂ ਪ੍ਰਤੀ ਆਪਣਾ ਹੱਕ ਮੰਗਣ ਦੇ ਤਹਿਤ ਹੈ। ਸਿਰਫ ਆਰਡੀਨੈਂਸ ਜਿਹੜਾ ਉਹਨੂੰ ਕਲੀਅਰ ਕੀਤਾ ਜਾਵੇ। ਜਿਹੜੇ ਵੀ ਲੀਡਰ ਆਰਡੀਨੈਂਸ ਨਾ ਵਾਪਸ ਲੈ ਕੇ ਬਿੱਲ, ਫਿਰ ਤੁਸੀਂ ਅੱਗੇ ਕੀ ਕਰੋਗੇ? ਇਹ ਤਾਂ ਹੱਦ ਹੋਗੀ, ਬਸ ਕਿਉਂ ਨਹੀਂ ਲੈਣਗੇ? ਲੈਣਾ ਪੈਣਾ। ਅਸੀਂ ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਹਾਂ ਵੀ ਰਾਸ਼ਟਰਪਤੀ ਜੀ ਦੇ ਸਾਈਨਾਂ ਤੋਂ ਬਿਨਾਂ ਇਹ ਕਾਨੂੰਨ ਨਹੀਂ ਬਣ ਸਕਦਾ। ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਸਰ ਤੁਸੀਂ ਸਾਈਨ ਨਾ ਕਰਿਓ ਤਾਂ ਕਿ ਇਹ ਬਿੱਲ ਜਿਹੜਾ ਹੈ ਨਾ ਬਣ ਸਕੇ। ਜਿਵੇਂ ਤੁਸੀਂ ਦੇਖ ਲਿਓ ਕਿ ਸਾਰੇ ਕਿਸਾਨ ਜਾਂ ਕਿਸਾਨ ਦੀ ਅਲੱਗ-ਅਲੱਗ ਜਥੇਬੰਦੀਆਂ ਐਸੇ ਪ੍ਰੋਟੈਸਟ ਕਰ ਰਹੀਆਂ ਨੇ, ਟਰੈਕਟਰ ਟਰਾਲੀਆਂ ਦੇ ਇੱਥੇ ਆ ਕੇ ਇਹਨਾਂ ਨੇ ਰੋਡ ਜਾਮ ਕੀਤੀ। ਪਰ ਐਮਰਜੈਂਸੀ ਸੇਵਾਵਾਂ ਜਿਹੜੀਆਂ ਲਗਾਤਾਰ ਚੱਲਦੀਆਂ ਨੇ, ਐਂਬੂਲੈਂਸ ਲੰਘਦੀਆਂ ਨੇ, ਜੇ ਕਿਸੇ ਨੂੰ ਲੋੜ ਵਿੱਚ ਚੀਜ਼ਾਂ ਲੰਘਦੀਆਂ ਨੇ, ਪਰ ਸੰਘਰਸ਼ ਨੇ ਤਿੱਖਾ ਕਰਤਾ। ਹੁਣ ਆਪਣੀ ਗੱਲ ਉੱਤੇ ਅੜੇ ਹੋਏ ਨੇ ਕਿ ਜਦ ਤੱਕ ਇਹ ਬਿੱਲ ਵਾਪਸ ਨਹੀਂ ਹੋਣਗੇ ਇਦਾਂ ਹੀ ਧਰਨੇ ਚੱਲਣਗੇ। ਕੋਈ ਵੀ ਪਾਰਟੀ ਪੰਜਾਬ ਦੀ ਜਿਹੜੀ ਹੈਗੀ ਹੈ ਰਾਜਨੀਤੀ ਪਾਰਟੀ ਕਿਸਾਨਾਂ ਦੇ ਨਾਲ ਨਹੀਂ ਖੜੀ, ਇੱਕ ਇਹਨਾਂ ਜਥੇਬੰਦੀਆਂ ਦਾ ਕਹਿਣਾ। ਔਰ ਕੋਈ ਵੀ ਪਾਰਟੀ ਕੱਲ੍ਹ ਨੂੰ ਪਿੰਡਾਂ ਵਿੱਚ ਜਾਏਗੀ ਤਾਂ ਸਵਾਲ ਹੋਣਗੇ, ਸਵਾਲ ਪੁੱਛੇ ਜਾਣਗੇ। ਜਦੋਂ ਬਜ਼ੁਰਗ ਔਰਤਾਂ ਬੈਠੀਆਂ ਸੀ ਧਰਨੇ ਦੇ ਉੱਤੇ ਤਾਂ ਤੁਸੀਂ ਉਦੋਂ ਕਿੱਥੇ ਹੈਗੇ ਸੀ, ਕੀ ਕਰ ਰਹੇ ਸੀ?
ਇਹ ਸਵਾਲ ਰਹਿਣਗੇ ਔਰ ਦੇਖਾਂਗੇ ਕਿ ਹੁਣ ਕੇਂਦਰ ਸਰਕਾਰ ਟਸ ਤੋਂ ਮਸ ਹੋਏਗੀ ਕਿ ਕੇਂਦਰ ਸਰਕਾਰ ਬਿੱਲਾਂ ਨੂੰ ਵਾਪਸ ਕਰੇਗੀ। ਇਹ ਸਮਾਂ ਦੱਸੂਗਾ, ਪਰ ਕਿਸਾਨਾਂ ਨੇ ਆਪਣਾ ਧਰਨਾ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਹੈ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹਰ ਇੱਕ ਸੜਕ ਜਾਮ ਕੀਤੀ ਹੋਈ ਹੈ, ਤੁਸੀਂ ਪਿੱਛੇ ਦੇਖ ਰਹੇ ਹੋ ਮੁਹਾਲੀ ਦਾ ਨੈਸ਼ਨਲ ਹਾਈਵੇ ਵੀ ਬੰਦ ਕੀਤਾ ਹੋਇਆ ਹੈ। ਮੁੱਦਾ ਇੱਕ ਹੈ, ਮਸਲਾ ਇੱਕੋ ਹੀ, ਕਿਸਾਨੀ ਦਾ ਕਿ ਜਿਹੜੇ ਬਿੱਲ ਪਾਸ ਹੋਏ ਨੇ ਲੋਕ ਸਭਾ 'ਚ ਵਾਪਸ ਲਏ ਜਾਣ। ਸਾਡੇ ਨਾਲ ਨੌਜਵਾਨ ਕਿਸਾਨ ਵੀ ਮੌਜੂਦ ਹੈਗੇ ਨੇ, ਆਪਾਂ ਇਹਨਾਂ ਕੋਲ ਵੀ ਜਾਣਾਂਗੇ ਕਿ ਇਹ ਕਿਉਂ ਖੁਦ ਪਏ ਨੇ ਕਿਸਾਨ ਦੇ ਨਾਲ, ਕਿਉਂ ਇਹ ਕਿਸਾਨ ਦੇ ਨਾਲ ਸੰਘਰਸ਼ ਵਿੱਢ ਰਹੇ ਨੇ। ਕਿਉਂਕਿ ਸਾਰੇ ਹੀ ਆਪਾਂ ਦੇਖਿਆ ਸੀ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਇਹੀ ਖਬਰਾਂ ਆ ਰਹੀਆਂ ਨੇ ਕਿ ਕਿਸਾਨਾਂ ਦੇ ਨਾਲ ਹਰ ਇੱਕ ਵਰਗ ਚੱਲ ਪਿਆ ਹੈ। ਜਿਸ ਤਰੀਕੇ ਨਾਲ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਉਸ ਨੂੰ ਪਿੱਛੇ ਹਟਾਉਣ ਦੇ ਵਾਸਤੇ ਕਿਸਾਨਾਂ ਦੇ ਨਾਲ ਹਰ ਇੱਕ ਵਿਅਕਤੀ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਆਪਾਂ ਇਹਨਾਂ ਕੋਲ ਜਾਣਾਂਗੇ ਕਿ ਇਹਨਾਂ ਨੂੰ ਕੀ ਲੋੜ ਪੈ ਗਈ। ਤੁਸੀਂ ਨੌਜਵਾਨ ਹੋ, ਨੌਜਵਾਨ ਕਿਸਾਨ ਹੋ, ਕਿਸਾਨ ਕਿਉਂ ਤੁਸੀਂ ਨਾਲ ਚੱਲ ਪਏ ਹੋ ਕਿਸਾਨਾਂ ਦੇ, ਕੀ ਕਾਰਨ ਹੈ? ਅਸੀਂ ਕਿਸਾਨਾਂ ਦੇ ਨਾਲ ਇਸ ਕਰਕੇ ਚੱਲੇ ਆ ਜੀ ਕਿਉਂਕਿ ਜਿਹੜੀ ਕਿਸਾਨੀ ਹੈ ਉਹ ਹਰ ਇੱਕ ਵਰਗ ਦੇ ਨਾਲ ਜੁੜੀ ਹੋਈ ਹੈ, ਹਰ ਇੱਕ ਇਨਸਾਨ ਦੇ ਨਾਲ ਜੁੜੀ ਹੋਈ ਹੈ। ਕਿਉਂਕਿ ਕਿਸਾਨ ਤੋਂ ਬਿਨਾ ਜਿਹੜਾ ਆਪਣਾ ਮਨੁੱਖ ਹੈ ਉਹ ਕੁਝ ਵੀ ਨਹੀਂ ਹੈਗਾ। ਕਿਉਂਕਿ ਜਿਹੜਾ ਕਿਸਾਨ ਹੈ ਜਦੋਂ ਅਨਾਜ ਉਗਾਉਂਦਾ ਤਾਂ ਹੀ ਸਾਡੇ ਤੱਕ ਪਹੁੰਚਦਾ, ਤਾਂ ਹੀ ਅਸੀਂ ਆਪਣਾ ਢਿੱਡ ਭਰਦੇ ਹਾਂ, ਆਪਣੇ ਬੱਚਿਆਂ ਦਾ ਢਿੱਡ ਭਰਦੇ ਹਾਂ। ਸੋ ਇਸ ਕਰਕੇ ਕਿਸਾਨ ਦਾ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਹੈ। ਹੁਣ ਤੁਸੀਂ ਕੇਂਦਰ ਸਰਕਾਰ ਨਾਲ ਇਹੋ ਜਿਹੇ ਕਿਹੜੇ ਮੁੱਦੇ ਹੋ ਜਿੱਥੇ ਤੁਸੀਂ, ਤੁਹਾਨੂੰ ਪਤਾ ਮੁੱਦੇ ਕਿਹੜੇ ਹੈਗੇ ਨਾਲੇ? ਸਾਡੀ ਕਿਸਾਨਾਂ ਦੇ ਜਿਹੜੇ ਹੁਣ ਕੇਂਦਰ ਸਰਕਾਰ ਨਾਲ ਸਾਡਾ ਮੁੱਦਾ, ਸਭ ਤੋਂ ਪਹਿਲਾਂ ਤਾਂ ਇਹ ਸਾਡਾ ਜਿਹੜਾ ਉਹਨਾਂ ਨੇ ਕਾਲਾ ਕਾਨੂੰਨ ਜਿਹੜਾ ਬਿੱਲ ਪਾਸ ਕਰਿਆ, ਇਹ ਇਸ ਦਾ ਬਹੁਤ ਵੱਡਾ ਝਟਕਾ ਕਿਸਾਨਾਂ ਨੂੰ ਪਿਆ। ਤੇ ਜਦੋਂ ਪਤਾ ਲੱਗਿਆ ਤੇ ਕਿਸਾਨਾਂ ਦੇ ਨਾਲ ਨਾਲ ਇਹ ਸਾਨੂੰ ਖੁਦ ਨੂੰ ਤੇ ਹਰ ਇੱਕ ਵਰਗ ਨੂੰ, ਕਿੱਤੇਕਾਰ ਨੂੰ ਉਹਦਾ ਝਟਕਾ ਸਭ ਨੂੰ ਲੱਗਿਆ। ਤਾਂ ਕਰਕੇ ਅੱਜ ਸਾਡੀ ਸਾਰੀ ਯੂਥ ਆਫ ਪੰਜਾਬ ਦੀ ਟੀਮ ਤੇ ਇਲਾਕਿਆਂ ਦੇ ਨੇੜੇ ਤੇੜੇ ਦੇ ਸਾਡੇ ਪਿੰਡਾਂ ਦੇ ਸਾਡੇ ਨੌਜਵਾਨ ਉੱਠ ਕੇ ਅੱਗੇ ਤੁਸੀਂ ਦੇਖਿਆ ਹੋਊਗਾ ਧਰਨਿਆਂ ਦੇ ਵਿੱਚ ਜ਼ਿਆਦਾਤਰ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਸਿਰਫ ਬਜ਼ੁਰਗ ਹੁੰਦੇ ਨੇ, ਤੇ ਹੁਣ ਦੇ ਜਿਹੜੇ ਧਰਨੇ ਨੇ ਉਹ ਹੁਣ ਪੂਰੀ ਇੰਡਸਟਰੀ ਉੱਠ ਗਈ। ਇੱਕ ਤਾਂ ਆਪਾਂ ਸਿੰਗਰਾਂ ਨੂੰ ਕਹਿੰਦੇ ਸੀਗੇ ਵੀ ਸਿੰਗਰ ਨਹੀਂ ਆਉਂਦੇ, ਸਿੰਗਰਾਂ ਨੇ ਲੱਚਰਤਾ ਦੇ ਗਾਣਾ ਗਾਏ, ਹਥਿਆਰਾਂ ਵਾਲੇ ਗਾਣੇ ਗਾਏ ਆ, ਤੇ ਅੱਜ ਵੀ ਤੁਸੀਂ ਦੇਖ ਲਓ ਹੁਣ ਸਾਰੇ ਸਿੰਗਰ ਵੀ ਕਿਸਾਨਾਂ ਦੇ ਹੱਕਾਂ ਦੇ ਵਿੱਚ ਆ ਕੇ ਉਤਰ ਗਏ ਕਿਉਂਕਿ ਇਹ ਝਟਕਾ ਉਹਨਾਂ ਨੂੰ ਖੁਦ ਨੂੰ ਪਿਆ। ਤਾਂ ਕਰਕੇ ਹੁਣ ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਇਹ ਸੰਘਰਸ਼ ਸ਼ੁਰੂ ਕਰਿਆ ਤੇ ਸਾਡੀ ਅਪੀਲ ਹੈ ਕੇਂਦਰ ਸਰਕਾਰ ਨੂੰ ਕਿ ਜਿਹੜਾ ਉਹਨਾਂ ਨੇ ਬਿੱਲ ਪਾਸ ਕਰਿਆ ਉਹਨੂੰ ਉਹ ਵਾਪਸ ਲਵੇ। ਜਿਸ ਕੇਂਦਰ ਸਰਕਾਰ ਨੇ ਬਿੱਲ ਪਾਸ ਕੀਤੇ ਹੋਏ ਨੇ, ਕਿਸਾਨ ਸੜਕ ਦੇ ਉੱਤੇ ਹੈਗੇ ਨੇ, ਫਿਰ ਤੁਹਾਨੂੰ ਲੱਗਦਾ ਜੋ ਬਿੱਲ ਵਿੱਚ ਇਹੋ ਜਿਹੀ ਕਿਹੜੀ ਚੀਜ਼ਾਂ ਲਿਖੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਕਿਸਾਨ ਸੜਕਾਂ ਤੇ ਨੇ, ਉਹ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਹੋ? ਕਿਸਾਨਾਂ ਦੇ ਜਿਹੜੇ ਹੁਣ ਸਮਰਥਨ ਇਸ ਕਰਕੇ ਕਰਿਆ ਜਾ ਰਿਹਾ ਕਿਉਂਕਿ ਜਿਹੜਾ ਹੁਣ ਉਹਨਾਂ ਨੇ, ਜਦੋਂ ਕਿਸਾਨ ਹੀ ਖੁਸ਼ ਨਹੀਂ ਹੈਗਾ ਬਿੱਲ ਪਾਸ ਕਰਨ ਤੋਂ, ਜਦ ਕਿਸਾਨ ਨਹੀਂ ਖੁਸ਼ ਤਾਂ ਆਪਾਂ ਕਿਵੇਂ ਖੁਸ਼ ਹੋ ਸਕਦੇ ਹਾਂ? ਜਿਹੜਾ ਆਪਣਾ ਅੰਨਦਾਤਾ ਹੀ ਨਾਰਾਜ਼ ਹੋ ਗਿਆ, ਹਰੀ ਭਰੀ ਫਸਲ ਹੀ ਨਾਰਾਜ਼ ਹੋ ਗਈ, ਤਾਂ ਉਸ ਤੋਂ ਆਪਾਂ ਕਿਵੇਂ ਖੁਸ਼ ਹੋ ਸਕਦੇ ਹਾਂ? ਤਾਂ ਕਰਕੇ ਹੁਣ ਅਸੀਂ ਇਹ ਸੰਘਰਸ਼ ਨੂੰ ਜਾਰੀ ਰੱਖਿਆ ਹੋਇਆ। ਅਸੀਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਮਰਥਨ ਦਵਾਂਗੇ ਜਦ ਤੱਕ ਇਹ ਸੰਘਰਸ਼ ਤੁਹਾਡਾ ਖਤਮ ਨਹੀਂ ਹੁੰਦਾ, ਬਿੱਲ ਰੱਦ ਨਹੀਂ ਹੁੰਦਾ, ਜਿੱਥੇ ਤੱਕ ਸਾਨੂੰ ਲੋੜ ਹੋਊਗੀ। ਅੱਜ ਅਸੀਂ ਇੱਥੇ ਛੋਟੇ ਪੱਧਰ ਤੇ ਇਕੱਠੇ ਹੋਏ, ਜੇ ਸਾਨੂੰ ਦਿੱਲੀ ਤੱਕ ਜਾਣਾ ਪਿਆ ਤਾਂ ਅਸੀਂ ਉੱਥੇ ਤੱਕ ਜਾਵਾਂਗੇ ਉਹਨਾਂ ਦੇ ਨਾਲ। ਨੌਜਵਾਨ ਹੈਗਾ, ਨੌਜਵਾਨ ਜਦੋਂ ਵੋਟ ਕਰਨ ਜਾਂਦਾ ਹੈ, ਕਈ ਤਾਂ ਵੋਟ ਕਰਦੇ ਵੀ ਨਹੀਂ ਨੌਜਵਾਨ। ਹੁਣ ਜੇ ਕਈ ਨੌਜਵਾਨ ਇੱਥੇ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਨੇ ਵੋਟ ਵੀ ਨਹੀਂ ਕੀਤੀ, ਜਿਨ ਉਮਰ ਨਹੀਂ 18 ਪਲੱਸ ਹੈ, ਉਹਨਾਂ ਨੇ ਵੋਟ ਨਹੀਂ ਹੁਣ ਤੱਕ ਕੀਤੀ। ਫਿਰ ਤੁਹਾਨੂੰ ਲੱਗਦਾ ਜੇ ਕਿਸਾਨਾਂ ਦੇ ਹੱਕ ਵਿੱਚ ਨੌਜਵਾਨ ਖੜਾ, ਉਹਨਾਂ ਨੂੰ ਵੋਟ ਵੀ ਕਰਨੀ ਚਾਹੀਦੀ, ਜਿਹਨੂੰ ਮਰਜ਼ੀ ਪਾਣ ਵੋਟ, ਪਰ ਵੋਟ ਤਾਂ ਕਰਨੀ ਚਾਹੀਦੀ। ਫਿਰ ਦੇਖੋ ਜੀ, ਅੱਜ ਤੱਕ ਤੁਸੀਂ ਦੇਖਿਆਗਾ ਕਿ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਇੰਨੀ ਲੁੱਟ ਖਸੁੱਟ ਕਰੀ ਹੈ, ਤੇ ਹਾਂਜੀ ਇੰਨੀ ਲੁੱਟ ਖਸੁੱਟ ਕਰੀ ਹੈ ਵੀ ਹੁਣ ਨੌਜਵਾਨਾਂ ਨੇ ਦੇਖਿਆ ਵੀ ਅੱਜ ਤੱਕ ਨਾ ਤਾਂ ਉਹਦੇ ਨੌਕਰੀਆਂ ਮਿਲੀਆਂ, ਬੇਰੁਜ਼ਗਾਰੀ ਹੈ, ਨਸ਼ਾ ਵੱਧ ਗਿਆ ਇੱਥੇ, ਤਾਂ ਕਰਕੇ ਉਹ ਵੋਟ ਨਹੀਂ ਪਾਉਣ ਦਿੰਦੇ। ਪਰ ਉਹਨਾਂ ਦੀ ਬਹੁਤ ਵੱਡੀ ਗਲਤੀ ਜਿਹੜੇ ਵੋਟ ਨਹੀਂ ਕਰਦੇ, ਉਹਨਾਂ ਨੂੰ ਵੋਟ ਦੇਣੀ ਚਾਹੀਦੀ ਹੈ। ਜੇ ਉਹ ਕਿਸੇ ਪਾਰਟੀ ਨੂੰ ਨਹੀਂ ਵੋਟ ਦੇਣਾ ਚਾਹੁੰਦੇ ਤਾਂ ਨੋਟਾਂ ਦਾ ਉੱਥੇ ਬਟਨ ਹੁੰਦਾ, ਤਾਂ ਕਰਕੇ ਉੱਥੇ ਵੋਟ ਪਾਉਣ, ਤਾਂ ਜੋ ਪਤਾ ਲੱਗੇ ਵੀ ਕਿੰਨੇ % ਜਿਹੜੀ ਵੋਟ ਹੈ ਉਹ ਕਿਸੇ ਵੀ ਸਰਕਾਰ ਨੂੰ ਪਸੰਦ ਨਹੀਂ ਕਰਦੀ। ਕਿਸਾਨਾਂ ਦੇ ਹੱਕ ਦੇ ਵਿੱਚ ਜਿਸ ਤਰੀਕੇ ਨਾਲ ਸਾਰਾ ਵਿਦਿਆਰਥੀ ਯੂਥ ਜਿਹੜਾ ਉਹ ਵੀ ਆ ਗਿਆ, ਨੌਜਵਾਨ ਵੀ ਆ ਗਏ ਨੇ, ਤਾਂ ਹੁਣ ਮੁਸਲਮਾਨ ਜੋ ਵੀਰ ਨੇ ਉਹ ਵੀ ਕਿਸਾਨਾਂ ਦੇ ਹੱਕ ਵਿੱਚ ਆ ਗਏ ਨੇ। ਸਾਡੇ ਨਾਲ ਮੌਜੂਦ ਨੇ ਤਾਜ ਮੁਹੰਮਦ ਤੇ ਕੁਝ ਮੁਸਲਮਾਨ ਸਮੁਦਾਇ ਦੇ ਵਿਅਕਤੀ ਮੌਜੂਦ ਨੇ। ਆਪਾਂ ਇਹਨਾਂ ਕੋਲ ਜਾਣਾਂਗੇ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ, ਇਹੋ ਜਿਹੀ ਕਿਹੜੀਆਂ ਗੱਲਾਂ ਕਿਸਾਨਾਂ ਨੂੰ ਇਹਨਾਂ ਵੱਲ ਆਕਰਸ਼ਿਤ ਕੀਤੀਆਂ ਨੇ, ਜਾਂ ਇਹ ਕਿਉਂ ਕੁੱਦੇ ਨੇ ਹੁਣ ਕਿਸਾਨਾਂ ਦੀ ਇਸ ਲੜਾਈ ਦੇ ਵਿੱਚ। ਆਪਾਂ ਜਾਣਾਂਗੇ। ਤਾਜ ਜੀ, ਤੁਹਾਨੂੰ ਕੀ ਲੋੜ ਪੈ ਗਈ, ਤੁਸੀਂ ਕਿਸਾਨਾਂ ਦੇ ਹੱਕ ਵਿੱਚ ਆ ਗਏ ਹੋ, ਕੀ ਤੁਹਾਨੂੰ ਲੱਗਦਾ? ਸਰ, ਇਹ ਜਿਹੜਾ ਸਾਡਾ ਦੇਸ਼ ਹੈ ਇਹ 70-80% ਜਿਹੜਾ ਕ੍ਰਿਸ਼ੀ ਪ੍ਰਧਾਨ ਇਹਨੂੰ ਦੇਸ਼ ਕਿਹਾ ਜਾਂਦਾ ਹੈ, ਤੇ ਇੱਥੇ ਦੀ ਜਿਹੜੀ ਟੋਟਲ ਜਿੰਨਾ ਵੀ ਮਤਲਬ ਇੱਥੇ ਪੂਰੇ ਦੇਸ਼ 'ਚੋਂ 70-80% ਪਿੰਡਾਂ 'ਚ ਰਹਿੰਦੇ ਆ ਲੋਕ, ਔਰ ਖੇਤੀਬਾੜੀ ਤੇ ਹੀ ਨਿਰਭਰ ਜ਼ਿਆਦਾਤਰ ਲੋਕ ਹੈ। ਤੇ ਆ ਜਿਹੜਾ ਹੁਣ ਇਹ ਕਾਨੂੰਨ ਲੈ ਕੇ ਆਏ ਆ ਜਿਹਦੇ ਵਿੱਚ ਦੇਖੋ ਪਹਿਲੇ ਹੀ ਕਿਸਾਨਾਂ ਦਾ ਅਸੀਂ ਦੇਖਦੇ ਹਾਂ ਵੀ ਹਰ ਸਾਲ ਖੁਦਕੁਸ਼ੀਆਂ ਦਾ ਪਹਿਲੇ ਹੀ ਉਹ ਦੌਰ ਚੱਲ ਹੀ ਰਿਹਾ ਹੈ, ਕਈ ਸਾਲਾਂ ਤੋਂ ਹੋਰ ਵੱਧ ਰਿਹਾ ਹੈ।
ਕਿਸਾਨ ਖੁਦਕੁਸ਼ੀ ਤਾਂ ਕਰਦੇ ਸੀ ਕਿਉਂਕਿ ਉਹਨਾਂ ਨੂੰ ਜਦੋਂ ਉਹਨਾਂ ਦੀ ਉਪਜ ਦਾ ਪੂਰਾ ਦਾਮ ਨਹੀਂ ਮਿਲਦਾ ਆ, ਉਹਨਾਂ ਦੇ ਘਰੇਲੂ ਕੰਮ ਨਹੀਂ ਹੁੰਦੇ ਉਸ ਫਸਲਾਂ ਦੇ ਉੱਤੇ। ਤੇ ਹੁਣ ਇਹ ਨਵਾਂ ਕਾਨੂੰਨ ਇਹਨਾਂ ਦੇ ਉੱਤੇ ਥੋਪ ਕੇ ਇਹਨਾਂ ਨੂੰ ਬਿਲਕੁਲ ਹੀ ਖਤਮ ਕਰਨੇ ਦੀ, ਇਹਨਾਂ ਨੂੰ ਮਾਰਨ ਦੀ ਜੋ ਇਹ ਸਰਕਾਰ ਨੇ ਜੋ ਕੋਸ਼ਿਸ਼ ਕਰੀ ਹੈ, ਇਹਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰੀ ਹੈ, ਇਹਦੇ ਵਿਰੁੱਧ ਪੂਰੇ ਆਪਣੇ ਸਾਡੇ ਏਰੀਏ 'ਚ ਪੰਜਾਬ, ਹਰਿਆਣਾ ਔਰ ਸਾਰੇ ਇਸ ਏਰੀਏ 'ਚ ਖਿੱਤੇ 'ਚ ਪੂਰੇ 'ਚ ਇਹ ਅੰਦੋਲਨ ਚੱਲ ਰਿਹਾ ਹੈ। ਤੇ ਸਾਨੂੰ ਪਤਾ ਹੈ ਕਿ ਬਈ ਕਿਸਾਨਾਂ ਦੀ ਪਹਿਲੇ ਹੀ ਜੋ ਹੈ ਆਰਥਿਕ ਸਥਿਤੀ ਉਹ ਪਹਿਲੇ ਹੀ ਖਰਾਬ ਹੈ ਤੇ ਇਸ ਕਾਨੂੰਨ ਤੋਂ ਬਾਅਦ ਤਾਂ ਉਹ ਬਿਲਕੁਲ ਹੀ ਜ਼ਮੀਨ ਨਾਲ ਲੱਗ ਜਾਣਗੇ। ਅਗਰ ਉਹਨਾਂ ਨੂੰ ਉਹਨਾਂ ਦੀ ਫਸਲਾਂ ਦਾ ਦਾਮ ਯਾਨੀ ਕਿ MSP ਜਿਹੜਾ ਉਹਨਾਂ ਨੂੰ 2-3 ਫਸਲਾਂ ਦਾ ਮਿਲਦਾ ਹੈ ਤੇ ਅਗਰ ਉਹ ਖਤਮ ਹੋ ਜਾਏਗਾ ਤੇ ਫਿਰ ਉਹ ਉਹਨਾਂ ਦੀ ਸਾਲ ਦੀ ਜੋ ਫਸਲ ਹੈ ਉਹ ਜਿਹਦੇ ਉੱਪਰ ਉਹਨਾਂ ਦਾ ਸਾਰਾ ਦਾਰੋਮਦਾਰ ਹੈ, ਸਾਲ ਦੀ ਫਸਲ ਕਣਕ ਹੋ ਗਈ, ਝੋਨਾ ਹੋ ਗਿਆ ਜੀ, ਤੇ ਜਿਹਦੇ ਉੱਪਰ ਸਾਰਾ ਉਹਨਾਂ ਦਾ ਦਾਰੋਮਦਾਰ ਹੈ, ਅਗਰ ਉਹੀ ਖਤਮ ਹੋ ਜਾਏਗਾ ਉਹਦਾ MSP ਖਤਮ ਹੋ ਕਿਸਾਨਾਂ ਦੇ ਸਮਰਥਨ ਕਰਨਾ ਹੈ, ਹੱਕ ਵਿੱਚ ਆਏ ਹੋ। ਹਾਂਜੀ ਬਿਲਕੁਲ, ਅਸੀਂ ਕਿਸਾਨਾਂ ਦੇ ਨਾਲ ਹੈ, ਮੋਢੇ ਦੇ ਨਾਲ ਮੋਢਾ ਲਾ ਕੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਬਿਲਕੁਲ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਉਹਨਾਂ ਦੀ ਜਾਇਜ਼ ਬਿਲਕੁਲ ਇਹ ਮੰਗ ਹੈ। ਇਸ ਕਰਕੇ ਤੁਸੀਂ ਕਹਿੰਦੇ ਫਿਰ ਸਰਕਾਰਾਂ ਕਿਉਂ ਨਹੀਂ ਸਮਝਦੀਆਂ? ਸਰਕਾਰਾਂ ਸਮੇਂ-ਸਮੇਂ ਸਿਰ ਤੇ ਇਹੋ ਜਿਹੇ ਬਿੱਲ ਲੈ ਕੇ ਆਉਂਦੀਆਂ ਨੇ, ਇਹ ਸਰਕਾਰ ਕਿਉਂ ਨਹੀਂ ਗੱਲ ਸਮਝਦੀ? ਇਹ ਸਰਕਾਰ ਅਸੀਂ ਦੇਖ ਰਹੇ ਹਾਂ ਜੀ, ਤੁਸੀਂ 2019 ਤੋਂ ਲਗਾਤਾਰ ਦੇਖੋ ਕਿ 2019 ਤੋਂ ਲਗਾਤਾਰ ਇਹ ਏਜੰਡਾ ਆਪਣਾ ਜਿਹੜਾ ਇਹਨਾਂ ਦਾ ਏਜੰਡਾ ਹੈ, RSS ਦਾ ਪਿੱਛੇ ਜੋ ਏਜੰਡਾ ਹੈ ਉਸ ਦੇ ਉੱਤੇ ਕੰਮ ਕਰ ਰਹੀ ਹੈ। ਇਹ ਜਨਤਾ ਵਾਸਤੇ ਬਿਲਕੁਲ ਉਹ ਕੰਮ ਨਹੀਂ ਕਰ ਰਹੀ। ਤੁਸੀਂ ਦੇਖੋ ਪਹਿਲੇ ਵੀ ਇਹਨਾਂ ਨੇ 1-2 ਕਾਨੂੰਨ ਇੱਦਾਂ ਦੇ ਲਿਆਏ, ਆ CA NRC ਦਾ ਪਿੱਛੇ ਲੈ ਕੇ ਆਏ ਸੀ, ਪੂਰੇ ਦੇਸ਼ 'ਚ ਤੁਸੀਂ ਦੇਖਿਆ ਕਿਵੇਂ ਪ੍ਰੋਟੈਸਟ ਹੋਏ ਆ, ਸਾਰੀ ਲੋਕ ਸੜਕਾਂ ਤੇ ਸੀ ਉਸ ਟਾਈਮ। ਤੇ ਐਵੇਂ ਦੇ ਇਹ ਜੋ ਸਰਕਾਰ ਹੈ ਇਹ ਮਤਲਬ ਪਬਲਿਕ ਦੇ ਵੈਲਫੇਅਰ ਦਾ ਕੋਈ ਕੰਮ ਨਹੀਂ ਕਰ ਰਹੀ ਹੈ, ਸਿਰਫ ਆਪਣਾ ਜੋ ਇਹਨਾਂ ਦਾ ਏਜੰਡਾ ਹੈ ਪਿੱਛੇ ਉਹਦੇ ਤੇ ਕੰਮ ਕਰ ਰਹੀ ਹੈ ਇਹ। ਹੁਣ ਤੁਸੀਂ ਇੱਥੇ ਨਾਲ ਖੜੇ ਹੋ, ਤੁਹਾਨੂੰ ਬਿੱਲ ਦੀ ਜੇ ਸਮਝ ਹੈਗੀ ਹੈ ਤਾਂ ਫਿਰ ਸਰਕਾਰ ਕਿਉਂ ਨਹੀਂ ਸਮਝਣਾ ਚਾਹੁੰਦੀ? ਜਾਣਬੁੱਝ ਕੇ ਨਹੀਂ ਸਮਝਣਾ ਚਾਹੁੰਦੀ ਜਾਂ ਸਮਝਦੀ ਅਣਜਾਣ ਬਣੀ ਹੈ? ਸਰਕਾਰ ਜੋ ਹੈ ਇਸ ਟਾਈਮ ਉਹ ਜਿਹੜੇ ਬੜੇ ਉਦਯੋਗਪਤੀ ਸਾਡੇ ਇੰਡੀਆ ਦੇ 2-4 ਘਰਾਣੇ ਜਿਹੜੇ ਉਹ ਹੈ, ਪਲੱਸ ਇੰਟਰਨੈਸ਼ਨਲ ਜਿਹੜੇ ਬੜੇ ਵਪਾਰੀ ਹੈ, ਉਹਨਾਂ ਦੇ ਹੱਥਾਂ 'ਚ ਖੇਲ ਰਹੀ ਹੈ ਸਰਕਾਰ ਔਰ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹਨਾਂ ਨੇ ਆਹ ਕਾਨੂੰਨ ਲੈ ਕੇ ਆਏ ਨੇ ਤੇ ਤਾਂ ਕਿ ਕਿਸਾਨਾਂ ਦੀ ਫਸਲਾਂ ਦਾ ਦਾਮ ਕੋਈ ਫਿਕਸ ਨਾ ਹੋ ਸਕੇ ਔਰ ਬੜੀ ਕੰਪਨੀਆਂ ਨੂੰ ਫਾਇਦਾ ਹੋ ਸਕੇ। ਉਹ ਬੜੀ ਕੰਪਨੀਆਂ ਹੁਣ ਪ੍ਰਾਈਵੇਟਾਈਜੇਸ਼ਨ ਦੀ ਤਰਫ ਜਾ ਰਹੀਆਂ ਹੈ। ਰੇਲਵੇ ਦਾ ਤੁਸੀਂ ਦੇਖੋ ਕਿਵੇਂ ਪ੍ਰਾਈਵੇਟਾਈਜੇਸ਼ਨ ਹੋ ਗਿਆ, ਬੜੇ ਅੰਬਾਨੀ ਅਡਾਣੀਆਂ ਨੂੰ ਇਹਨਾਂ ਦੇ ਠੇਕੇ ਜਾ ਰਹੇ ਹੈ। ਉਵੇਂ ਹੀ ਇਹ ਵੀ ਫਸਲਾਂ ਦੇ ਵੀ ਅੰਬਾਨੀ ਅਡਾਣੀ ਚੱਕਣਗੇ ਔਰ ਆਪਣੀ ਮਰਜ਼ੀ ਦੇ ਦਾਮ ਇਹ ਦੇਣਗੇ। ਇੱਕ ਤਰ੍ਹਾਂ ਤੋਂ ਕਿਸਾਨਾਂ ਨੂੰ ਗੁਲਾਮ ਬਣਾ ਦਿਆ ਜਾਊਗਾ ਫਿਰ ਦੁਬਾਰਾ ਤੋਂ। ਹੁਣ ਤੁਹਾਡਾ ਵੀ ਕੋਈ ਪਰਿਵਾਰ ਦੇ ਵਿੱਚੋਂ ਕੋਈ ਤਾਲੁਕ ਰੱਖਦਾ ਖੇਤੀ ਦੇ ਨਾਲ ਕਿ ਤੁਸੀਂ ਸਿਰਫ ਇੱਕ ਇਸ ਕਰਕੇ ਆਏ ਹੋ ਕਿ ਕਿਸਾਨਾਂ ਦੇ ਨਾਲ ਮਾੜਾ ਹੋ ਰਿਹਾ ਅਸੀਂ ਖੜੇ ਹਾਂ? ਨਹੀਂ, ਸਾਡੇ ਜਿਹੜੇ ਦੇਖੋ ਅਸੀਂ ਸਾਡੇ ਨਾਨਕੇ ਜੋ ਹੈ ਮੇਰੇ ਇੱਥੇ ਡੱਡੂ ਮਾਜਰਾ ਪਿੰਡ 'ਚ ਹੈ ਔਰ ਸਾਰੇ ਉਹ ਖੇਤੀਬਾੜੀ ਨਾਲ ਤਾਲੁਕ ਹੈ ਜੀ ਸਾਡਾ ਸ਼ੁਰੂ ਤੋਂ ਹੀ। ਤੇ ਅਸੀਂ ਖੁਦ ਜਾਂਦੇ ਰਹੇ ਬਚਪਨ 'ਚ, ਅਸੀਂ ਫਸਲਾਂ ਦਾ ਮਤਲਬ ਵਢਾਈ ਕਰਨੀ, ਮੱਕੀ ਦੀ ਕਣਕ ਦੀ ਵਢਾਈ ਕਰਦੇ ਰਹੇ ਹਾਂ, ਨਾਲ ਅਸੀਂ ਲੱਗਦੇ ਰਹੇ, ਸਾਨੂੰ ਪਤਾ ਹੈ ਵੀ ਅਸੀਂ ਦੇਖਦੇ ਰਹੇ ਉਹਨਾਂ ਦੇ ਕਿਆ ਹਾਲਾਤ ਸੀ ਉਹਨਾਂ ਦੇ। ਇਹ ਤਾਂ ਬਾਅਦ 'ਚ ਉਹਨਾਂ ਨੇ ਥੋੜ੍ਹਾ ਜਿਹਾ ਕਾਰੋਬਾਰ ਚੇਂਜ ਕਰੇ ਤਾਂ ਮਾੜਾ ਜਿਹਾ ਉਸ 'ਚ ਆਇਆ, ਨਹੀਂ ਤਾਂ ਉਹਨਾਂ ਦੇ ਵੀ ਇਹੀ ਹਾਲਾਤ ਸੀ ਪਹਿਲੇ। ਹੁਣ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਮੁਸਲਮਾਨ ਸਮੁਦਾਇ ਵੀ ਜੋ ਹੈਗਾ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਏ, ਕਿਉਂਕਿ ਸਾਰੀ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਵੱਡੇ ਕਾਰੋਬਾਰ ਹੋਵੇ ਜਾਂ ਛੋਟੇ ਕਾਰੋਬਾਰ ਵਾਲੇ ਹੋਣ, ਸਾਰਿਆਂ ਨੇ ਸਮਰਥਨ ਕੀਤਾ, ਸਾਰਿਆਂ ਨੇ ਪੰਜਾਬ ਬੰਦ ਰੱਖਿਆ। ਤੇ 17 ਸੈਕਟਰ ਚੰਡੀਗੜ੍ਹ ਪਲਾਜ਼ਾ ਦੇ ਵਿੱਚ ਵੀ ਪ੍ਰੋਟੈਸਟ ਹੋ ਰਿਹਾ ਸੀ। ਪ੍ਰੋਟੈਸਟ ਵਿੱਚ ਭਾਗ ਲੈਣ ਆਏ ਸੀ ਕਿ ਕਿਸਾਨਾਂ ਦੇ ਖਿਲਾਫ ਜੋ ਬਿੱਲ ਗਏ ਨੇ ਉਸ ਬਿੱਲ ਨੂੰ ਵਾਪਸ ਲਿਆ ਜਾਵੇ। ਹੁਣ ਕੀ ਕੇਂਦਰ ਸਰਕਾਰ ਸਮਝੇਗੀ, ਇਹ ਸਮਾਂ ਦੱਸੇਗਾ। ਉਹ ਕਿਸਾਨਾਂ ਨੇ ਵੀ ਇੱਥੇ ਐਲਾਨ ਕਰ ਦਿੱਤਾ ਕਿ ਉਹ ਲਗਾਤਾਰ ਪ੍ਰੋਟੈਸਟ ਕਰਨਗੇ ਜਦ ਤੱਕ ਉਹਨਾਂ ਦੇ ਬਿੱਲ ਵਾਪਸ ਨਹੀਂ ਹੋਣਗੇ।